ਅਲਕੋਹਲਿਕਸ ਅਨੋਨਿਮਸ ਕਿਤਾਬ ਦਾ ਚੈਪਟਰ ਦੂਜਾ, ਇਸ ਦਾ ਹੱਲ ਹੈ। ਅਸੀਂ ਅਲਕੋਹਲਿਕਸ ਅਨੋਨਿਮਸ ਵਿੱਚ ਹਜ਼ਾਰਾਂ ਅਜਿਹੇ ਆਦਮੀਆਂ ਅਤੇ ਔਰਤਾਂ ਨੂੰ ਜਾਣਦੇ ਹਾਂ ਜਿਹੜੇ ਕਦੇ ਇੱਕ ਵਾਰ ਬਿਲਕੁਲ ਬਿੱਲ ਵਾਂਗ ਹੀ ਬੇਆਸ ਹੋ ਚੁੱਕੇ ਸਨ। ਲਗਭਗ ਉਹ ਸਾਰੇ ਹੀ ਠੀਕ ਹੋ ਚੁੱਕੇ ਹਨ। ਉਹਨਾਂ ਨੇ ਆਪਣੀ ਪੀਣ ਦੀ ਸਮੱਸਿਆ ਹੱਲ ਕਰ ਲਈ ਹੈ। ਅਸੀਂ ਅਮਰੀਕਾ ਦੇ ਸਧਾਰਨ ਵਾਸੀ ਹਾਂ। ਸਾਰੇ ਵਰਗਾਂ ਦੇ ਅਤੇ ਕਈ ਕਿੱਤਿਆਂ ਨਾਲ ਸੰਬੰਧਿਤ ਲੋਕ ਇਸ ਭਾਈਚਾਰੇ ਵਿੱਚ ਸ਼ਾਮਲ ਹਨ ਅਤੇ ਬਹੁਤ ਸਾਰੇ ਉਹ ਵੀ ਹਨ ਜਿਨ੍ਹਾਂ ਦਾ ਪਿਛੋਕੜ ਸਿਆਸੀ, ਆਰਥਿਕ, ਸਮਾਜਿਕ ਅਤੇ ਧਾਰਮਿਕ ਹੈ। ਅਸੀਂ ਉਹ ਲੋਕ ਹਾਂ ਜੋ ਆਮ ਤੌਰ 'ਤੇ ਦੂਜਿਆਂ ਨਾਲ ਘੁਲਦੇ ਮਿਲਦੇ ਨਹੀਂ, ਪਰ ਸਾਡੇ ਵਿਚਕਾਰ ਇੱਕ ਅਜਿਹਾ ਭਾਈਚਾਰਾ, ਦੋਸਤੀ ਅਤੇ ਆਪਸੀ ਤਾਲਮੇਲ ਮੌਜੂਦ ਹੈ ਜਿਸ ਦੀ ਲਾਜਵਾਬੀ ਵਿਆਖਿਆ ਤੋਂ ਪਰੇ ਹੈ। ਸਾਡੀ ਹਾਲਤ ਤਬਾਹ ਹੋਏ ਜਹਾਜ਼ ਵਿੱਚੋਂ ਕੱਢੇ ਬਚਾਓ ਕਿਸ਼ਤੀ ਵਿੱਚ ਬੈਠੇ ਉਹਨਾਂ ਮੁਸਾਫਰਾਂ ਵਾਂਗ ਹੈ ਜਿਨ੍ਹਾਂ ਵਿੱਚ ਸਾਥੀਪਣ, ਖੁਸ਼ੀ ਅਤੇ ਬਰਾਬਰੀ ਦੀ ਭਾਵਨਾ ਸਾਰੇ ਜਹਾਜ਼ ਵਿੱਚ ਚਾਲਕ ਤੋਂ ਜਹਾਜ਼ ਦੇ ਕਪਤਾਨ ਤੱਕ ਛਾਈ ਹੁੰਦੀ ਹੈ। ਫਰਕ ਸਿਰਫ ਇੰਨਾ ਹੈ ਕਿ ਜਹਾਜ਼ ਤੋਂ ਬਚੇ ਮੁਸਾਫਰ ਕੁਝ ਦੇਰ ਬਾਅਦ ਤਬਾਹੀ ਤੋਂ ਬਚਣ ਦੀ ਖੁਸ਼ੀ ਭੁੱਲ ਜਾਂਦੇ ਹਨ, ਪਰ ਸਾਡੀ ਤਬਾਹੀ ਤੋਂ ਬਚਣ ਦੀ ਖੁਸ਼ੀ ਅਲੱਗ ਹੋਣ 'ਤੇ ਵੀ ਫਿੱਕੀ ਨਹੀਂ ਪੈਂਦੀ। ਸਾਂਝੇ ਖਤਰੇ ਦਾ ਇਕੱਠੇ ਸਾਹਮਣਾ ਕੀਤੇ ਹੋਣ ਦੀ ਭਾਵਨਾ ਉਸ ਮਜ਼ਬੂਤੀ ਦਾ ਇੱਕ ਤੱਤ ਹੈ ਜਿਸ ਨੇ ਸਾਨੂੰ ਦ੍ਰਿੜਤਾ ਨਾਲ ਇਕਜੁੱਟ ਕੀਤਾ ਹੋਇਆ ਹੈ, ਪਰ ਸਿਰਫ ਇਹੀ ਭਾਵਨਾ ਹੀ ਸਾਨੂੰ ਇੰਨਾ ਇਕੱਠਿਆਂ ਨਾ ਰੱਖ ਸਕਦੀ ਜਿੰਨਾ ਕਿ ਅਸੀਂ ਹੁਣ ਜੁੜੇ ਹੋਏ ਹਾਂ। ਸਾਡੇ ਸਭ ਲਈ ਵੱਡਾ ਸੱਚ ਤਾਂ ਇਹ ਹੈ ਕਿ ਅਸੀਂ ਸਭ ਨੇ ਇੱਕ ਸਾਂਝਾ ਹੱਲ ਲੱਭ ਲਿਆ ਹੈ। ਸਾਡੇ ਕੋਲ ਇੱਕ ਰਾਹ ਹੈ ਜਿਸ 'ਤੇ ਅਸੀਂ ਬਿਲਕੁਲ ਇੱਕ ਮਤ ਹਾਂ ਅਤੇ ਜਿਸ ਨਾਲ ਅਸੀਂ ਭਾਈਬੰਦੀ ਅਤੇ ਸਿਖਾਵੇਂ ਕਾਰਜ ਲਈ ਇਕੱਠੇ ਹੋ ਸਕਦੇ ਹਾਂ। ਇਸ ਕਿਤਾਬ ਦਾ ਇਹ ਸਭ ਤੋਂ ਵੱਡਾ ਸੁਨੇਹਾ ਹੈ, ਖਾਸ ਕਰ ਉਹਨਾਂ ਲੋਕਾਂ ਲਈ ਜੋ ਸ਼ਰਾਬੀਪਣ ਦੀ ਬਿਮਾਰੀ ਤੋਂ ਪੀੜਤ ਹਨ। ਇਹ ਇਸ ਤਰ੍ਹਾਂ ਦੀ ਬਿਮਾਰੀ ਹੈ, ਹਾਂ, ਸਾਨੂੰ ਯਕੀਨ ਹੈ ਕਿ ਇਹ ਸੱਚਮੁੱਚ ਹੀ ਇੱਕ ਬਿਮਾਰੀ ਹੈ ਜਿਸ ਵਿੱਚ ਲੋਕਾਂ ਦਾ ਸਾਡੇ ਨਾਲ ਵਰਤਾਓ ਅਜਿਹਾ ਹੁੰਦਾ ਹੈ ਜੋ ਕਿਸੇ ਹੋਰ ਬਿਮਾਰੀ ਦੇ ਮਰੀਜ਼ ਨਾਲ ਨਹੀਂ ਹੁੰਦਾ। ਜੇ ਕੋਈ ਵਿਅਕਤੀ ਕੈਂਸਰ ਤੋਂ ਪੀੜਤ ਹੋਵੇ ਤਾਂ ਸਭ ਉਸ 'ਤੇ ਤਰਸ ਖਾਂਦੇ ਹਨ ਅਤੇ ਕੋਈ ਵੀ ਉਸ 'ਤੇ ਗੁੱਸਾ ਨਹੀਂ ਕਰਦਾ ਅਤੇ ਨਾ ਹੀ ਕਿਸੇ ਨੂੰ ਠੇਸ ਪਹੁੰਚਦੀ ਹੈ। ਪਰ ਸ਼ਰਾਬੀਪਣ ਦੀ ਬਿਮਾਰੀ ਵਿੱਚ ਇੰਜ ਨਹੀਂ ਹੁੰਦਾ, ਕਿਉਂਕਿ ਇਸ ਨਾਲ ਉਹ ਤਬਾਹੀ ਜੁੜੀ ਹੁੰਦੀ ਹੈ ਜੋ ਜੀਵਨ ਦੇ ਹਰ ਮਹੱਤਵਪੂਰਨ ਅਤੇ ਸੁਚੱਜੇ ਪਹਿਲੂ ਨੂੰ ਬਰਬਾਦ ਕਰਦੀ ਹੈ। ਇਹ ਬਿਮਾਰੀ ਸ਼ਰਾਬੀ ਨਾਲ ਜੁੜੀਆਂ ਸਾਰੀਆਂ ਜ਼ਿੰਦਗੀਆਂ ਨੂੰ ਨਿਗਲ ਜਾਂਦੀ ਹੈ। ਇਸ ਨਾਲ ਉਹ ਭੁਲੇਖੇ ਪੈਦਾ ਹੁੰਦੇ ਹਨ, ਡੂੰਘੀ ਨਾਰਾਜ਼ਗੀ, ਆਰਥਿਕ ਅਸੁਰੱਖਿਆ, ਨਿਰਾਸ਼ ਦੋਸਤ, ਮਾਲਕ, ਨਿਰਦੋਸ਼ ਬੱਚਿਆਂ ਦੀਆਂ ਤਣਾਉ ਵਾਲੀਆਂ ਜ਼ਿੰਦਗੀਆਂ, ਉਦਾਸ ਪਤਨੀਆਂ ਅਤੇ ਮਾਤਾ-ਪਿਤਾ। ਕੋਈ ਵੀ ਇਸ ਸੂਚੀ ਨੂੰ ਹੋਰ ਵਧਾ ਸਕਦਾ ਹੈ। ਸਾਨੂੰ ਆਸ ਹੈ ਕਿ ਇਹ ਕਿਤਾਬ ਸਭ ਪ੍ਰਭਾਵਿਤ ਵਿਅਕਤੀਆਂ ਨੂੰ ਜਾਣਕਾਰੀ ਅਤੇ ਰਾਹਤ ਪ੍ਰਦਾਨ ਕਰੇਗੀ। ਅਜਿਹੇ ਪੀੜਤ ਅਨੇਕਾਂ ਹੀ ਹਨ। ਬਹੁਤ ਸਮਰੱਥ ਮਨੋਵਿਗਿਆਨੀਆਂ ਨੇ ਜਿਨ੍ਹਾਂ ਨਾਲ ਸਾਡਾ ਵਾਹ ਪਿਆ ਹੈ, ਕਦੇ-ਕਦੇ ਇੱਕ ਸ਼ਰਾਬੀ ਨੂੰ ਇਹ ਮਨਾਉਣਾ ਅਸੰਭਵ ਪਾਇਆ ਹੈ ਕਿ ਉਹ ਆਪਣੀ ਹਾਲਤ ਨੂੰ ਬਿਨਾਂ ਸੰਕੋਚ ਦੱਸ ਸਕੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਸੀਂ ਡਾਕਟਰਾਂ ਅਤੇ ਮਨੋਵਿਗਿਆਨੀਆਂ ਦੀ ਪਹੁੰਚ ਨਾਲੋਂ ਜ਼ਿਆਦਾ ਪਤਨੀਆਂ, ਮਾਂ-ਬਾਪ ਅਤੇ ਨਜ਼ਦੀਕੀ ਦੋਸਤਾਂ ਦੀ ਸਮਝ ਤੋਂ ਵੀ ਬਾਹਰ ਹੁੰਦੇ ਹਾਂ। ਪਰ ਕਦੇ ਸ਼ਰਾਬ ਤੋਂ ਪੀੜਤ ਰਹਿ ਚੁੱਕਿਆ ਵਿਅਕਤੀ ਜਿਸ ਨੂੰ ਇਸ ਦਾ ਹੱਲ ਲੱਭ ਚੁੱਕਾ ਹੈ, ਜੋ ਆਪਣੀ ਹੱਡ-ਬੀਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ, ਆਮ ਤੌਰ 'ਤੇ ਦੂਜੇ ਸ਼ਰਾਬੀ ਦਾ ਪੂਰਨ ਵਿਸ਼ਵਾਸ ਥੋੜ੍ਹੀ ਦੇਰ ਵਿੱਚ ਹੀ ਜਿੱਤ ਲੈਂਦਾ ਹੈ। ਜਦੋਂ ਤੱਕ ਅਜਿਹਾ ਤਾਲਮੇਲ ਨਹੀਂ ਬਣਦਾ, ਉਦੋਂ ਤੱਕ ਕੁਝ ਵੀ ਹਾਸਲ ਨਹੀਂ ਹੋ ਸਕਦਾ। ਉਹ ਵਿਅਕਤੀ ਜਿਹੜਾ ਨਵੇਂ ਸ਼ਰਾਬੀ ਤੱਕ ਪਹੁੰਚਦਾ ਹੈ, ਆਪ ਵੀ ਉਸੇ ਮੁਸ਼ਕਿਲ ਵਿੱਚੋਂ ਲੰਘ ਚੁੱਕਾ ਹੁੰਦਾ ਹੈ ਅਤੇ ਉਹ ਸਪਸ਼ਟ ਤੌਰ 'ਤੇ ਜਾਣਦਾ ਹੈ ਕਿ ਉਹ ਕੀ ਕਹਿ ਰਿਹਾ ਹੈ। ਉਸਦੇ ਸਾਰੇ ਤੌਰ ਤਰੀਕੇ ਖੁੱਲ੍ਹ ਕੇ ਇਹ ਦਰਸਾਉਂਦੇ ਹਨ
ਕਿ ਉਹ ਇੱਕ ਅਜਿਹਾ ਵਿਅਕਤੀ ਹੈ ਜਿਸ ਕੋਲ ਇੱਕ ਨਵੀਂ ਸੰਭਾਵਨਾ ਅਤੇ ਸਹੀ ਹੱਲ ਹੈ, ਅਤੇ ਇਹ ਵੀ ਹੈ ਕਿ ਉਸ ਕੋਲ ਤੁਹਾਡੇ ਤੋਂ ਵੱਧ ਕੋਈ ਹੋਰ ਰੱਬੀ ਧਾਰਨਾ ਨਹੀਂ। ਉਸ ਕੋਲ ਮਦਦ ਕਰਨ ਦੀ ਸੱਚੀ ਇੱਛਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇੱਥੇ ਕੋਈ ਫੀਸ ਨਹੀਂ ਦੇਣੀ ਪੈਂਦੀ, ਨਾ ਹੀ ਕਿਸੇ ਨੇ ਕੋਈ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ, ਅਤੇ ਨਾ ਹੀ ਇੱਥੇ ਕਿਸੇ ਨੂੰ ਖੁਸ਼ ਕਰਨਾ ਪੈਂਦਾ ਹੈ। ਕੋਈ ਭਾਸ਼ਣ ਨਹੀਂ ਸਹਿਣਾ ਪੈਂਦਾ। ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਬਹੁਤ ਪ੍ਰਭਾਵਸ਼ਾਲੀ ਪਾਇਆ ਹੈ। ਇਹ ਸਮਝਣ ਤੋਂ ਬਾਅਦ ਕਈ ਲੋਕ ਸਿੱਧੇ ਰਾਹ ਤੇ ਚੱਲ ਪਏ। ਸਾਡੇ ਵਿੱਚੋਂ ਕੋਈ ਵੀ ਸਿਰਫ ਇਸ ਕੰਮ ਨੂੰ ਆਪਣਾ ਕਿੱਤਾ ਨਹੀਂ ਬਣਾਉਂਦਾ, ਅਤੇ ਨਾ ਹੀ ਸਾਡਾ ਇਹ ਵਿਚਾਰ ਹੈ ਕਿ ਇੰਜ ਕਰਨ ਨਾਲ ਇਸ ਦਾ ਪ੍ਰਭਾਵ ਹੋਰ ਵਧੇਗਾ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਸ਼ਰਾਬ ਨੂੰ ਛੱਡਣਾ ਸਿਰਫ ਇੱਕ ਸ਼ੁਰੂਆਤ ਹੈ। ਇਸ ਤੋਂ ਵੱਧ ਕਿਤੇ ਮਹੱਤਵਪੂਰਨ ਹੈ ਸਾਡੇ ਅਸੂਲਾਂ ਦਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਘਰ ਜਾਂ ਕੰਮ-ਕਾਜ ਵਾਲੀ ਥਾਂ ਤੇ ਇਸਤੇਮਾਲ ਅਤੇ ਪ੍ਰਦਰਸ਼ਨ। ਅਸੀਂ ਸਾਰੇ ਆਪਣੇ ਵਿਹਲੇ ਸਮੇਂ ਦਾ ਕਾਫੀ ਹਿੱਸਾ ਉਸ ਕਿਸਮ ਦੀ ਕੋਸ਼ਿਸ਼ ਵਿੱਚ ਗੁਜ਼ਾਰਦੇ ਹਾਂ ਜਿਸ ਦੀ ਵਿਆਖਿਆ ਅਸੀਂ ਕਰਨ ਜਾ ਰਹੇ ਹਾਂ। ਕੁਝ ਭਾਗਸ਼ਾਲੀ ਅਜਿਹੀ ਸਥਿਤੀ ਵਿੱਚ ਹੁੰਦੇ ਹਨ ਕਿ ਲਗਭਗ ਸਾਰਾ ਸਮਾਂ ਇਸੇ ਕੰਮ ਵਿੱਚ ਲਾ ਸਕਦੇ ਹਨ। ਜੇ ਅਸੀਂ ਇਸ ਰਾਹ ਤੇ ਇੰਜ ਹੀ ਚੱਲਦੇ ਰਹੀਏ ਤਾਂ ਕੋਈ ਸ਼ੱਕ ਨਹੀਂ ਕਿ ਇਸ ਦੇ ਬਹੁਤ ਅੱਛੇ ਨਤੀਜੇ ਹੋਣਗੇ, ਪਰ ਇਹ ਸਾਰੀ ਸਮੱਸਿਆ ਦਾ ਹੱਲ ਕਰਨ ਵੱਲ ਇੱਕ ਛੋਟਾ ਜਿਹਾ ਉਪਰਾਲਾ ਹੋਵੇਗਾ। ਅਸੀਂ ਜਿਹੜੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਾਂ, ਰੋਜ਼ਾਨਾ ਹੀ ਵੇਖਦੇ ਹਾਂ ਕਿ ਹਜ਼ਾਰਾਂ ਹੀ ਸ਼ਰਾਬ ਪੀ ਕੇ ਭੁਲੇਖੇ ਵਿੱਚ ਗਵਾਚੇ ਰਹਿੰਦੇ ਹਨ। ਫਿਰ ਅਸੀਂ ਇਸ ਪ੍ਰਾਪਤੀ ਨੂੰ ਕਿਵੇਂ ਵੰਡੀਏ ਜੋ ਸਾਨੂੰ ਬੜੀ ਆਸਾਨੀ ਨਾਲ ਮਿਲੀ ਹੈ? ਇਸ ਲਈ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਅਸੀਂ ਇਹ ਕਿਤਾਬ ਆਪਣੀਆਂ ਸਮੱਸਿਆਵਾਂ ਨੂੰ ਜਿਵੇਂ ਮਹਿਸੂਸ ਕਰਦੇ ਹਾਂ ਦਰਸਾਉਂਦਿਆਂ ਹੋਇਆਂ ਛਾਪੀਏ। ਇਸ ਵਿੱਚ ਅਸੀਂ ਆਪਣਾ ਸਾਂਝਾ ਤਜਰਬਾ ਅਤੇ ਜਾਣਕਾਰੀ ਬਾਰੇ ਦੱਸਾਂਗੇ। ਇਹ ਜ਼ਰੂਰੀ ਹੈ ਕਿ ਇਹ ਸ਼ਰਾਬ ਪੀਣ ਦੀ ਸਮੱਸਿਆ ਤੋਂ ਪੀੜਤ ਕਿਸੇ ਵੀ ਵਿਅਕਤੀ ਨੂੰ ਇੱਕ ਲਾਭਕਾਰੀ ਪ੍ਰੋਗਰਾਮ ਬਾਰੇ ਦੱਸੇ। ਇਹ ਅਤੀ ਜ਼ਰੂਰੀ ਹੈ ਕਿ ਇਸ ਵਿੱਚ ਡਾਕਟਰੀ, ਮਨੋਵਿਗਿਆਨਕ, ਸਮਾਜਿਕ ਅਤੇ ਧਾਰਮਿਕ ਗੱਲਾਂ ਬਾਰੇ ਵੀ ਜ਼ਿਕਰ ਕੀਤਾ ਜਾਵੇ। ਅਸੀਂ ਜਾਣਦੇ ਹਾਂ ਕਿ ਸਾਰੀਆਂ ਗੱਲਾਂ ਸੁਭਾਵਿਕ ਤੌਰ ਤੇ ਹੀ ਵਾਦ-ਵਿਵਾਦ ਵਾਲੀਆਂ ਹਨ। ਸਾਨੂੰ ਇੰਨੀ ਖੁਸ਼ੀ ਕਦੇ ਵੀ ਨਹੀਂ ਹੋਵੇਗੀ ਜਿੰਨੀ ਖੁਸ਼ੀ ਇੱਕ ਅਜਿਹੀ ਕਿਤਾਬ ਲਿਖਣ ਵਿੱਚ ਹੋਵੇਗੀ ਜਿਸ ਵਿੱਚ ਤਰਕ ਜਾਂ ਵਾਦ-ਵਿਵਾਦ ਦਾ ਕੋਈ ਸਥਾਨ ਨਾ ਹੋਵੇ। ਇਸ ਆਦਰਸ਼ ਨੂੰ ਹਾਸਲ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਸਾਡੇ ਵਿੱਚੋਂ ਬਹੁਤ ਸਾਰੇ ਇਹ ਸਮਝਦੇ ਹਨ ਕਿ ਦੂਜੇ ਲੋਕਾਂ ਦੀਆਂ ਖਾਮੀਆਂ, ਦ੍ਰਿਸ਼ਟੀਕੋਣ ਪ੍ਰਤੀ ਸੱਚੀ ਸਹਿਣਸ਼ੀਲਤਾ ਅਤੇ ਉਹਨਾਂ ਦੇ ਵਿਚਾਰਾਂ ਦੀ ਕਦਰ ਕਰਨ ਦਾ ਵਤੀਰਾ ਸਾਨੂੰ ਦੂਜੇ ਲੋਕਾਂ ਲਈ ਉਪਯੋਗੀ ਬਣਾਉਂਦਾ ਹੈ। ਸ਼ਰਾਬੀ ਰਹਿ ਚੁੱਕੇ ਸਾਡੇ ਲੋਕਾਂ ਦੇ ਜੀਵਨ ਦੂਜਿਆਂ ਬਾਰੇ ਲਗਾਤਾਰ ਸੋਚਣ ਅਤੇ ਅਸੀਂ ਉਹਨਾਂ ਦੀ ਲੋੜ ਪੂਰੀ ਕਰਨ ਲਈ ਕਿਵੇਂ ਮਦਦ ਕਰ ਸਕਦੇ ਹਾਂ ਤੇ ਨਿਰਭਰ ਕਰਦੇ ਹਨ। ਤੁਸੀਂ ਆਪਣੇ ਆਪ ਨਾਲ ਇਹ ਸਵਾਲ ਪਹਿਲਾਂ ਹੀ ਕਰ ਚੁੱਕੇ ਹੋਵੋਗੇ ਕਿ ਅਸੀਂ ਸਾਰੇ ਸ਼ਰਾਬ ਪੀਣ ਨਾਲ ਇੰਨੇ ਜ਼ਿਆਦਾ ਬਿਮਾਰ ਕਿਵੇਂ ਹੋ ਗਏ। ਨਿਸ਼ਚਿਤ ਹੀ ਤੁਸੀਂ ਇਹ ਜਾਣਨ ਦੇ ਇੱਛੁਕ ਹੋਵੋਗੇ ਕਿ ਅਸੀਂ ਮਾਹਿਰਾਂ ਦੇ ਵਿਚਾਰਾਂ ਦੇ ਉਲਟ ਦਿਮਾਗ ਅਤੇ ਸਰੀਰ ਦੀ ਬੇਆਸ ਹਾਲਤ ਤੋਂ ਠੀਕ ਕਿਉਂ ਅਤੇ ਕਿਵੇਂ ਹੋਏ ਹਾਂ। ਜੇ ਤੁਸੀਂ ਸ਼ਰਾਬੀ ਹੋ ਅਤੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਸ਼ਾਇਦ ਤੁਸੀਂ ਪਹਿਲਾਂ ਹੀ ਇਹ ਪੁੱਛ ਰਹੇ ਹੋਵੋਗੇ ਕਿ ਮੈਨੂੰ ਕੀ ਕਰਨਾ ਪਵੇਗਾ। ਇਸ ਕਿਤਾਬ ਦਾ ਮਹੱਤਵ ਵਿਸ਼ੇਸ਼ ਤੌਰ ਤੇ ਇਹਨਾਂ ਸਵਾਲਾਂ ਦੇ ਜਵਾਬ ਦੇਣਾ ਹੀ ਹੈ। ਅਸੀਂ ਤੁਹਾਨੂੰ ਦੱਸਾਂਗੇ ਅਸੀਂ ਇਸ ਮਹੱਤਵ ਲਈ ਕੀ ਕੀਤਾ ਹੈ। ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਇਹ ਚੰਗਾ ਹੋਵੇਗਾ ਕਿ ਅਸੀਂ ਕੁਝ ਨੁਕਤਿਆਂ ਨੂੰ ਸੰਖੇਪ ਵਿੱਚ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਦੱਸੀਏ। ਕਿੰਨੀ ਵਾਰੀ ਸਾਨੂੰ ਲੋਕਾਂ ਨੇ ਕਿਹਾ ਹੈ, ਮੈਂ ਇਕੱਲਾ ਪੀ ਵੀ ਸਕਦਾ ਹਾਂ ਅਤੇ ਜਦ ਚਾਹਾਂ ਛੱਡ ਵੀ ਸਕਦਾ ਹਾਂ। ਫਿਰ ਉਹ ਕਿਉਂ ਨਹੀਂ? ਤੁਸੀਂ ਬੰਦਿਆਂ ਵਾਂਗ ਕਿਉਂ ਨਹੀਂ ਪੀ ਸਕਦੇ ਜਾਂ ਫਿਰ ਛੱਡ ਦਿਓ। ਉਹ ਸੰਭਲ ਕੇ ਪੀ ਨਹੀਂ ਸਕਦਾ। ਤੁਸੀਂ ਬੀਅਰ ਜਾਂ ਹਲਕੀ ਸ਼ਰਾਬ ਕਿਉਂ ਨਹੀਂ ਅਜ਼ਮਾਉਂਦੇ? ਤੇਜ਼ ਸ਼ਰਾਬ ਪੀਣੀ ਛੱਡ ਦਿਓ। ਉਸ ਦੀ ਇੱਛਾ ਸ਼ਕਤੀ ਜ਼ਰੂਰ ਹੀ ਕਮਜ਼ੋਰ ਹੈ। ਜੇ ਉਹ ਚਾਹੁੰਦਾ ਤਾਂ ਛੱਡ ਸਕਦਾ ਹੈ।
ਉਹ ਇੰਨੀ ਪਿਆਰੀ ਕੁੜੀ ਹੈ, ਮੇਰਾ ਵਿਚਾਰ ਹੈ ਉਹ ਉਸ ਲਈ ਪੀਣੀ ਛੱਡ ਸਕਦਾ ਹੈ। ਡਾਕਟਰ ਨੇ ਉਸ ਨੂੰ ਕਿਹਾ ਕਿ ਜੇ ਉਹ ਹੁਣ ਕਦੇ ਵੀ ਮੁੜ ਪੀਵੇਗਾ ਤਾਂ ਮਰ ਜਾਵੇਗਾ, ਪਰ ਉਹ ਫਿਰ ਵੀ ਪੀ ਜਾ ਰਿਹਾ ਹੈ। ਇਹ ਵਿਚਾਰ ਸ਼ਰਾਬੀਆਂ ਬਾਰੇ ਆਮ ਪ੍ਰਚਲਿਤ ਹਨ, ਜੋ ਅਸੀਂ ਹਮੇਸ਼ਾ ਸੁਣਦੇ ਆਏ ਹਾਂ। ਇਹਨਾਂ ਪਿੱਛੇ ਇੱਕ ਅਗਿਆਨਤਾ ਅਤੇ ਨਾਸਮਝੀ ਹੈ। ਅਸੀਂ ਦੇਖਦੇ ਹਾਂ ਕਿ ਇਹ ਵਿਚਾਰ ਉਹਨਾਂ ਲੋਕਾਂ ਦੇ ਹਨ ਜਿਨ੍ਹਾਂ ਦੀ ਪ੍ਰਤੀਕਿਰਿਆ ਸਾਡੇ ਨਾਲੋਂ ਕਿਤੇ ਵੱਖ ਹੈ। ਸੰਤੁਲਿਤ ਪੀਣ ਵਾਲਿਆਂ ਨੂੰ ਸ਼ਰਾਬ ਬਿਲਕੁਲ ਛੱਡਣ ਵਿੱਚ ਬਹੁਤ ਘੱਟ ਤਕਲੀਫ ਹੁੰਦੀ ਹੈ। ਜੋ ਉਹਨਾਂ ਕੋਲ ਕੋਈ ਵਿਸ਼ੇਸ਼ ਕਾਰਨ ਹੋਵੇ ਤਾਂ ਉਹ ਇਕੱਲਿਆਂ ਪੀ ਵੀ ਸਕਦੇ ਹਨ ਅਤੇ ਛੱਡ ਵੀ ਸਕਦੇ ਹਨ। ਇੱਕ ਖਾਸ ਕਿਸਮ ਭਾਰੀ ਪਿਅੱਕੜਾਂ ਦੀ ਹੈ। ਉਸ ਨੂੰ ਪੀਣ ਦੀ ਇੰਨੀ ਭੈੜੀ ਆਦਤ ਹੋ ਸਕਦੀ ਹੈ ਜਿਹੜੀ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਹੌਲੀ-ਹੌਲੀ ਵਿਗਾੜ ਦੇਵੇ। ਹੋ ਸਕਦਾ ਹੈ ਇਸ ਕਾਰਨ ਉਸ ਦੀ ਸਮੇਂ ਤੋਂ ਕੁਝ ਸਾਲ ਪਹਿਲਾਂ ਹੀ ਮੌਤ ਹੋ ਜਾਵੇ। ਜੇਕਰ ਕਾਫੀ ਠੋਸ ਕਾਰਨ ਹੋਣ, ਜਿਵੇਂ ਕਿ ਭੈੜੀ ਸਿਹਤ, ਕਿਸੇ ਦੇ ਪਿਆਰ ਵਿੱਚ ਪੈਣਾ, ਵਾਤਾਵਰਣ ਦਾ ਬਦਲਣਾ, ਜਾਂ ਕਿਸੇ ਡਾਕਟਰ ਦੀ ਚੇਤਾਵਨੀ, ਜਾਂ ਅਜਿਹਾ ਪੀਣ ਵਾਲਾ ਛੱਡ ਵੀ ਸਕਦਾ ਹੈ ਜਾਂ ਸੰਤੁਲਿਤ ਤੌਰ 'ਤੇ ਵੀ ਪੀ ਸਕਦਾ ਹੈ, ਭਾਵੇਂ ਉਸ ਨੂੰ ਇਹ ਮੁਸ਼ਕਲ ਅਤੇ ਦੁਖਦਾਈ ਜਾਪੇ ਅਤੇ ਉਸ ਨੂੰ ਇਸ ਦੀ ਡਾਕਟਰੀ ਸਹਾਇਤਾ ਦੀ ਲੋੜ ਵੀ ਪੈ ਸਕਦੀ ਹੈ। ਪਰ ਇੱਕ ਅਸਲ ਸ਼ਰਾਬੀ ਨਾਲ ਕਿਵੇਂ ਵਾਪਰਦੀ ਹੈ? ਉਹ ਭਾਵੇਂ ਸੰਤੁਲਿਤ ਪੀਣੀ ਸ਼ੁਰੂ ਕਰੇ, ਉਹ ਭਾਵੇਂ ਇੱਕ ਲਗਾਤਾਰ ਜ਼ਿਆਦਾ ਪੀਣ ਵਾਲਾ ਬਣੇ ਜਾਂ ਨਾ ਬਣੇ, ਪਰ ਉਸ ਦੇ ਪੀਂਦਿਆਂ ਰਹਿਣ ਦੌਰਾਨ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਸ ਦੇ ਇੱਕ ਵਾਰ ਸ਼ਰਾਬ ਸ਼ੁਰੂ ਕਰਨ 'ਤੇ ਉਸ ਦਾ ਸ਼ਰਾਬ ਪੀਣ 'ਤੇ ਕਾਬੂ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸ਼ਰਾਬੀ ਇੱਕ ਅਜਿਹਾ ਵਿਅਕਤੀ ਹੈ ਜੋ ਤੁਹਾਨੂੰ ਭੰਬਲ ਭੁੱਸੇ ਵਿੱਚ ਪਾਉਂਦਾ ਹੈ, ਖਾਸ ਕਰਕੇ ਇਸ ਲਈ ਕਿ ਉਸ ਦਾ ਸ਼ਰਾਬ 'ਤੇ ਬਿਲਕੁਲ ਕਾਬੂ ਨਹੀਂ ਹੁੰਦਾ। ਉਹ ਜਦ ਪੀ ਰਿਹਾ ਹੁੰਦਾ ਹੈ ਤਾਂ ਬੇਹੁਦਾ, ਬੇਯਕੀਨੀ ਅਤੇ ਦੁਖਦਾਈ ਹਰਕਤਾਂ ਕਰਦਾ ਹੈ। ਉਹ ਅਸਲ ਵਿੱਚ ਇੱਕ ਬਦਲੀ ਹੋਈ ਸ਼ਖਸੀਅਤ ਹੈ। ਉਹ ਕਦੇ ਵੀ ਘੱਟ ਨਸ਼ੇ ਵਿੱਚ ਨਹੀਂ ਹੁੰਦਾ। ਉਹ ਲਗਭਗ ਹਮੇਸ਼ਾ ਹੀ ਮੂਰਖਾਂ ਵਾਂਗ ਪੀਤੀ ਰੱਖਦਾ ਹੈ। ਜਦ ਉਸਨੇ ਪੀਤੀ ਹੁੰਦੀ ਹੈ ਤਾਂ ਉਸ ਦਾ ਆਚਾਰ ਵਿਹਾਰ ਉਸ ਦੇ ਆਮ ਸੁਭਾਅ ਨਾਲ ਮੇਲ ਨਹੀਂ ਖਾਂਦਾ। ਹੋ ਸਕਦਾ ਹੈ ਉਹ ਦੁਨੀਆ ਦੇ ਸਭ ਤੋਂ ਬਿਹਤਰੀਨ ਇਨਸਾਨਾਂ ਵਿੱਚੋਂ ਇੱਕ ਹੋਵੇ, ਪਰ ਉਸ ਦੇ ਇੱਕ ਦਿਨ ਪੀ ਲੈਣ 'ਤੇ ਉਹ ਅਕਸਰ ਨਿਰਾਸ਼ਾ ਦੀ ਹੱਦ ਤੱਕ ਇੱਕ ਖਤਰਨਾਕ ਸਮਾਜ ਵਿਰੋਧੀ ਬਣ ਜਾਂਦਾ ਹੈ। ਉਹ ਬਿਲਕੁਲ ਗਲਤ ਮੌਕੇ 'ਤੇ ਨਸ਼ੇ ਵਿੱਚ ਗੁੱਟ ਹੋਣ ਦਾ ਰੁਝਾਨ ਰੱਖਦਾ ਹੈ, ਖਾਸ ਤੌਰ 'ਤੇ ਜਦ ਕੋਈ ਮਹੱਤਵਪੂਰਨ ਫੈਸਲਾ ਲੈਣਾ ਹੁੰਦਾ ਹੈ ਜਾਂ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣਾ ਹੁੰਦਾ ਹੈ। ਉਹ ਹਰ ਚੀਜ਼ ਪ੍ਰਤੀ ਅਕਸਰ ਸੰਤੁਲਿਤ ਅਤੇ ਸਮਝਦਾਰ ਵਿਅਕਤੀ ਹੁੰਦਾ ਹੈ, ਸਿਵਾਏ ਸ਼ਰਾਬ ਦੇ ਮਾਮਲੇ ਵਿੱਚ, ਜਿਸ ਪ੍ਰਤੀ ਉਹ ਬੇਹੱਦ ਬੇਈਮਾਨ ਅਤੇ ਖੁਦਗਰਜ਼ ਹੁੰਦਾ ਹੈ। ਉਸ ਵਿੱਚ ਅਕਸਰ ਖਾਸ ਯੋਗਤਾਵਾਂ, ਨਿਪੁੰਨਤਾ ਅਤੇ ਕੁਦਰਤੀ ਯੋਗਤਾ ਹੁੰਦੀ ਹੈ ਅਤੇ ਉਸ ਸਾਹਮਣੇ ਇੱਕ ਆਸ਼ਾ ਭਰਿਆ ਭਵਿੱਖ ਹੁੰਦਾ ਹੈ। ਉਹ ਆਪਣੇ ਅਤੇ ਆਪਣੇ ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਆਪਣੀਆਂ ਇਹਨਾਂ ਦਾਤਾਂ ਨੂੰ ਵਰਤਦਾ ਹੈ ਅਤੇ ਫਿਰ ਬੇਹੁਦਾ ਸ਼ਰਾਬ ਦਾ ਦੌਰਾ ਪੈਣ ਕਾਰਨ ਸਾਰੇ ਢਾਂਚੇ ਨੂੰ ਆਪਣੇ ਸਿਰ 'ਤੇ ਹੀ ਸੁੱਟ ਲੈਂਦਾ ਹੈ। ਇਹ ਉਹ ਵਿਅਕਤੀ ਹੈ ਜਿਹੜਾ ਇੰਨੇ ਨਸ਼ੇ ਵਿੱਚ ਆਪਣੇ ਬਿਸਤਰੇ ਵਿੱਚ ਜਾਂਦਾ ਹੈ ਜਿਵੇਂ ਉਸਨੇ 24 ਘੰਟੇ ਸੁੱਤੇ ਹੀ ਰਹਿਣਾ ਹੋਵੇ, ਪਰ ਉਹ ਅਗਲੀ ਸਵੇਰ ਫਿਰ ਆਪਣੇ ਰਾਹੀਂ ਕਿਤੇ ਰੱਖੀ ਹੋਈ ਸ਼ਰਾਬ ਦੀ ਬੋਤਲ ਨੂੰ ਪਾਗਲਾਂ ਵਾਂਗ ਭਾਲਦਾ ਹੈ। ਜੇ ਉਸ ਦੇ ਵੱਸ ਵਿੱਚ ਹੋਵੇ ਤਾਂ ਆਪਣੇ ਘਰ ਦੇ ਹਰ ਖੂੰਜੇ ਵਿੱਚ ਸ਼ਰਾਬ ਲੁਕੋ ਕੇ ਰੱਖਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਕੋਈ ਉਸ ਦੀ ਸਾਰੀ ਸ਼ਰਾਬ ਨਾਲੀ ਵਿੱਚ ਨਾ ਡੋਲ ਦੇਵੇ। ਜਿਵੇਂ ਜਿਵੇਂ ਮਸਲੇ ਹੋਰ ਭੈੜੇ ਹੁੰਦੇ ਜਾਂਦੇ ਹਨ, ਉਹ ਸ਼ਰਾਬ ਅਤੇ ਨੀਂਦ ਵਾਲੀ ਤੇਜ਼ ਦਵਾਈ ਦੋਹਾਂ ਦਾ ਇਸਤੇਮਾਲ ਕਰਦਾ ਹੈ ਤਾਂ ਜੋ ਆਪਣੀਆਂ ਨਸਾਂ ਨੂੰ ਸ਼ਾਂਤ ਕਰਕੇ ਕੰਮ 'ਤੇ ਜਾ ਸਕੇ। ਫਿਰ ਅਜਿਹਾ ਦਿਨ ਆਉਂਦਾ ਹੈ ਜਦ ਉਹ ਕੰਮ 'ਤੇ ਨਹੀਂ ਜਾ ਸਕਦਾ ਅਤੇ ਫਿਰ ਦੁਬਾਰਾ ਪੀ ਕੇ ਧੁੱਤ ਹੋ ਜਾਂਦਾ ਹੈ। ਸ਼ਾਇਦ ਫਿਰ ਉਹ ਡਾਕਟਰ ਕੋਲ ਜਾਂਦਾ ਹੈ ਜੋ ਉਸ ਨੂੰ
ਮਾਰਫੀਨ ਜਾਂ ਕੋਈ ਹੋਰ ਨੀਂਦ ਵਾਲੀ ਦਵਾਈ ਦਿੰਦਾ ਹੈ, ਜਿਸ ਨਾਲ ਸ਼ਰਾਬ ਦੀ ਭੰਨ ਹੌਲੀ-ਹੌਲੀ ਘਟ ਸਕੇ। ਫਿਰ ਉਸ ਦੇ ਹਸਪਤਾਲਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਚੱਕਰ ਸ਼ੁਰੂ ਹੋ ਜਾਂਦੇ ਹਨ। ਇੱਕ ਅਸਲੀ ਸ਼ਰਾਬੀ ਦੀ ਕਿਸੇ ਵੀ ਪੱਖੋਂ ਇਹ ਇੱਕ ਪੂਰੀ ਤਸਵੀਰ ਨਹੀਂ, ਕਿਉਂਕਿ ਉਸ ਦੇ ਵਰਤਾਵ ਦੇ ਤਰੀਕੇ ਵਿੱਚ ਵੀ ਫਰਕ ਹੁੰਦਾ ਹੈ, ਪਰ ਇਹ ਵਿਆਖਿਆ ਉਸ ਦੇ ਨਾਲ ਥੋੜ੍ਹਾ ਬਹੁਤ ਜ਼ਰੂਰ ਮਿਲਦੀ ਜੁਲਦੀ ਹੋਵੇਗੀ। ਉਹ ਇਸ ਤਰ੍ਹਾਂ ਕਿਉਂ ਵਰਤਾਓ ਕਰਦਾ ਹੈ? ਜੇਕਰ ਸੈਂਕੜੇ ਹੀ ਤਜਰਬੇ ਉਸ ਨੂੰ ਇਹ ਸਾਬਤ ਕਰ ਚੁੱਕੇ ਹਨ ਕਿ ਇੱਕ ਪੈਗ ਦਾ ਮਤਲਬ ਹੈ ਇੱਕ ਹੋਰ ਭੈੜੀ ਹਾਰ ਅਤੇ ਉਸ ਨਾਲ ਜੁੜੇ ਹੋਏ ਦੁੱਖ ਅਤੇ ਨਮੋਸ਼ੀ, ਤਾਂ ਫਿਰ ਉਹ ਪਹਿਲਾ ਪੈਗ ਹੀ ਕਿਉਂ ਪੀਂਦਾ ਹੈ? ਫਿਰ ਉਹ ਸੋਫੀ ਕਿਉਂ ਨਹੀਂ ਰਹਿ ਸਕਦਾ? ਉਸ ਦੀ ਆਮ ਸਮਝ ਅਤੇ ਇੱਛਾ ਸ਼ਕਤੀ ਨੂੰ ਕੀ ਸੱਪ ਸੁੰਘ ਜਾਂਦਾ ਹੈ, ਜਿਸ ਦਾ ਅਜੇ ਵੀ ਉਹ ਕਦੇ-ਕਦੇ ਆਪਣੀ ਜ਼ਿੰਦਗੀ ਦੇ ਦੂਜੇ ਪਹਿਲੂਆਂ ਵਿੱਚ ਇਸਤੇਮਾਲ ਕਰਦਾ ਹੈ? ਸ਼ਾਇਦ ਇਹਨਾਂ ਸਵਾਲਾਂ ਦਾ ਕਦੇ ਕੋਈ ਪੂਰਾ ਜਵਾਬ ਨਾ ਮਿਲੇ। ਇਸ ਬਾਰੇ ਕਈ ਵੱਖ-ਵੱਖ ਵਿਚਾਰ ਹਨ ਕਿ ਸ਼ਰਾਬੀ ਆਮ ਲੋਕਾਂ ਨਾਲੋਂ ਕਿਉਂ ਵੱਖਰੀ ਤਰ੍ਹਾਂ ਦਾ ਵਰਤਾਓ ਕਰਦਾ ਹੈ। ਅਸੀਂ ਇਹ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਕਿਉਂ ਇੱਕ ਵਾਰੀ ਬਿਮਾਰੀ ਦੀ ਖਾਸ ਸੀਮਾ ਤੱਕ ਪਹੁੰਚਣ 'ਤੇ ਉਸ ਲਈ ਕੁਝ ਵੀ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਬੁਝਾਰਤ ਨਹੀਂ ਬੁੱਝ ਸਕਦੇ। ਅਸੀਂ ਜਾਣਦੇ ਹਾਂ ਕਿ ਸ਼ਰਾਬੀ ਕਈ ਮਹੀਨੇ ਅਤੇ ਸਾਲ ਸ਼ਰਾਬ ਤੋਂ ਦੂਰ ਰਹਿਣ 'ਤੇ ਕਾਫੀ ਹੱਦ ਤੱਕ ਦੂਜੇ ਲੋਕਾਂ ਵਾਂਗ ਵਰਤਾਓ ਕਰਨ ਲੱਗ ਪੈਂਦਾ ਹੈ। ਅਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੇ ਸ਼ਰਾਬ ਕਿਸੇ ਰੂਪ ਵਿੱਚ ਉਸ ਦੇ ਅੰਦਰ ਚਲੀ ਜਾਂਦੀ ਹੈ ਤਾਂ ਉਸ ਦੇ ਸਰੀਰ ਅਤੇ ਦਿਮਾਗ ਵਿੱਚ ਕੁਝ ਅਜਿਹਾ ਵਾਪਰਦਾ ਹੈ ਜਿਸ ਨਾਲ ਉਸ ਦਾ ਸ਼ਰਾਬ ਛੱਡਣਾ ਬਿਲਕੁਲ ਨਾਮੁਮਕਿਨ ਹੋ ਜਾਂਦਾ ਹੈ। ਕਿਸੇ ਵੀ ਸ਼ਰਾਬੀ ਦਾ ਤਜਰਬਾ ਇਸ ਗੱਲ ਦੀ ਕਾਫੀ ਹੱਦ ਤੱਕ ਪੁਸ਼ਟੀ ਕਰ ਦੇਵੇਗਾ। ਇਹਨਾਂ ਗੱਲਾਂ ਦਾ ਮਤਲਬ ਕਿਤਾਬੀ ਅਤੇ ਫਜ਼ੂਲ ਸਾਬਤ ਹੋਵੇਗਾ ਜੇਕਰ ਸਾਡਾ ਸ਼ਰਾਬੀ ਦੋਸਤ ਉਹ ਪਹਿਲਾ ਪੈਗ ਹੀ ਨਾ ਲਵੇ ਜਿਸ ਨਾਲ ਭੈੜਾ ਦੌਰ ਸ਼ੁਰੂ ਹੁੰਦਾ ਹੈ। ਇਸ ਲਈ ਸ਼ਰਾਬੀ ਦੀ ਅਸਲ ਸਮੱਸਿਆ ਉਸ ਦੀਆਂ ਭਾਵਨਾਵਾਂ ਵਿੱਚ ਕੇਂਦਰਿਤ ਹੁੰਦੀ ਹੈ, ਨਾ ਕਿ ਉਸ ਦੇ ਸਰੀਰ ਵਿੱਚ। ਜੇਕਰ ਉਸ ਤੋਂ ਪੁੱਛਿਆ ਜਾਵੇ ਕਿ ਉਸਨੇ ਪਿਛਲੀ ਵਾਰ ਕਿਉਂ ਪੀਣੀ ਸ਼ੁਰੂ ਕੀਤੀ, ਤਾਂ ਸੰਭਾਵਨਾ ਹੈ ਕਿ ਉਹ ਤੁਹਾਨੂੰ ਆਪਣੇ ਅਨੇਕਾਂ ਬਹਾਨਿਆਂ ਵਿੱਚੋਂ ਕੋਈ ਬਹਾਨਾ ਘੜ ਵਿਖਾਵੇਗਾ। ਹੋ ਸਕਦਾ ਹੈ ਕਦੇ-ਕਦੇ ਇਹ ਬਹਾਨੇ ਜਚਣ, ਪਰ ਅਸਲ ਵਿੱਚ ਉਹਨਾਂ ਵਿੱਚੋਂ ਕੋਈ ਵੀ ਇੰਨੀ ਅਹਿਮੀਅਤ ਨਹੀਂ ਰੱਖਦਾ ਜੇ ਉਸ ਦੀ ਤੁਲਨਾ ਉਸ ਤਬਾਹੀ ਨਾਲ ਕਰੀਏ ਜਿਹੜੀ ਇੱਕ ਸ਼ਰਾਬੀ ਦੇ ਸ਼ਰਾਬ ਦੇ ਦੌਰ ਨਾਲ ਪੈਦਾ ਹੁੰਦੀ ਹੈ। ਇਹ ਉਸ ਫਿਲਾਸਫੀ ਨਾਲ ਮੇਲ ਖਾਂਦੀ ਹੈ ਜਿਵੇਂ ਕੋਈ ਵਿਅਕਤੀ ਸਿਰ ਪੀੜ ਤੋਂ ਬਚਣ ਲਈ ਆਪਣੇ ਸਿਰ 'ਤੇ ਹਥੌੜੇ ਮਾਰੇ। ਜੇ ਤੁਸੀਂ ਇਸ ਭੁਲੇਖੇ ਭਰੇ ਤਰਕ ਨੂੰ ਕਿਸੇ ਸ਼ਰਾਬੀ ਦੇ ਧਿਆਨ ਵਿੱਚ ਲਿਆਓ ਤਾਂ ਉਹ ਇਸ ਨੂੰ ਹੱਸ ਕੇ ਟਾਲ ਦੇਵੇਗਾ ਜਾਂ ਚਿੜਚਿੜਾ ਹੋ ਜਾਵੇਗਾ ਅਤੇ ਗੱਲ ਕਰਨ ਤੋਂ ਇਨਕਾਰ ਕਰ ਦੇਵੇਗਾ। ਕਦੇ-ਕਦਾਈ ਉਹ ਸ਼ਾਇਦ ਸੱਚ ਬੋਲੇ। ਬੜੀ ਹੈਰਾਨਗੀ ਦੀ ਗੱਲ ਹੈ ਕਿ ਸੱਚਾਈ ਅਕਸਰ ਇਹ ਹੁੰਦੀ ਹੈ ਕਿ ਉਸ ਨੂੰ ਵੀ ਤੁਹਾਡੇ ਤੋਂ ਜ਼ਿਆਦਾ ਨਹੀਂ ਪਤਾ ਕਿ ਉਸਨੇ ਪਹਿਲਾ ਪੈਗ ਕਿਉਂ ਲਿਆ। ਕੁਝ ਸ਼ਰਾਬੀ ਇਹੋ ਜਿਹੇ ਬਹਾਨੇ ਘੜਦੇ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਸ਼ਾਇਦ ਕਦੇ-ਕਦੇ ਤਸੱਲੀ ਮਿਲਦੀ ਹੈ, ਪਰ ਅੰਦਰੋਂ ਅੰਦਰੀ ਉਹ ਵਾਕਿਆ ਹੀ ਨਹੀਂ ਜਾਣਦੇ ਕਿ ਉਹ ਇੰਜ ਕਿਉਂ ਕਰਦੇ ਹਨ। ਕਈ ਵਾਰ ਇਸ ਬਿਮਾਰੀ ਦੀਆਂ ਜੜ੍ਹਾਂ ਪੱਕੀਆਂ ਹੋਣ 'ਤੇ ਉਹ ਬੌਂਦਲੇ ਜਿਹੇ ਹੋ ਜਾਂਦੇ ਹਨ। ਉਹ ਇਹ ਆਸ ਲਾਈ ਰੱਖਦੇ ਹਨ ਕਿ ਕਿਸੇ ਤਰ੍ਹਾਂ ਕਿਸੇ ਦਿਨ ਉਹ ਇਹ ਬਾਜੀ ਜਿੱਤ ਲੈਣਗੇ, ਪਰ ਉਹਨਾਂ ਨੂੰ ਅਕਸਰ ਇੰਜ ਸ਼ੱਕ ਰਹਿੰਦਾ ਹੈ ਕਿ ਉਹ ਹਾਰ ਚੁੱਕੇ ਹਨ। ਕੋਈ ਅਹਿਸਾਸ ਨਹੀਂ ਕਰਦਾ ਕਿ ਇਹ ਕਿੰਨਾ ਸੱਚ ਹੈ। ਅਟਪਟੇ ਤੌਰ 'ਤੇ ਉਹਨਾਂ ਦੇ ਪਰਿਵਾਰ ਅਤੇ ਦੋਸਤ ਇਹਨਾਂ ਪੀਣ ਵਾਲਿਆਂ ਨੂੰ ਅਸਧਾਰਨ ਸਮਝਦੇ ਹਨ, ਪਰ ਹਰ ਵਿਅਕਤੀ ਆਸ ਲਾਈ ਉਸ ਦੀ ਉਡੀਕ ਕਰਦਾ ਰਹਿੰਦਾ ਹੈ ਜਦੋਂ ਪੀੜਤ ਸ਼ਰਾਬੀ ਆਪਣੀ ਉਂਘ ਤੋਂ ਜਾਗੇਗਾ ਅਤੇ ਆਪਣੀ ਇੱਛਾ ਸ਼ਕਤੀ ਦੀ ਵਰਤੋਂ ਕਰ ਵਿਖਾਏਗਾ। ਦੁੱਖ ਭਰੀ ਸੱਚਾਈ ਤਾਂ ਇਹ ਹੈ ਕਿ ਉਹ ਆਦਮੀ ਵਾਕਿਆ ਹੀ ਸ਼ਰਾਬੀ ਹੈ ਤਾਂ ਉਹ ਖੁਸ਼ੀਆਂ ਭਰਿਆ ਦਿਨ ਸ਼ਾਇਦ ਕਦੇ ਨਾ ਆਵੇ। ਉਹ ਸ਼ਰਾਬ ਪੀਣ 'ਤੇ ਕਾਬੂ ਗਵਾ ਚੁੱਕਾ ਹੈ। ਹਰ ਸ਼ਰਾਬੀ ਦੇ ਸ਼ਰਾਬ ਪੀਂਦਿਆਂ ਇੱਕ ਮੌਕਾ ਅਜਿਹਾ ਆਉਂਦਾ ਹੈ ਜਦੋਂ ਉਹ ਅਜਿਹੀ ਸਥਿਤੀ 'ਚ ਪਹੁੰਚ ਜਾਂਦਾ ਹੈ
ਜਦ ਸ਼ਰਾਬ ਛੱਡਣ ਦੀ ਬਹੁਤ ਸ਼ਕਤੀਸ਼ਾਲੀ ਇੱਛਾ ਦਾ ਵੀ ਬਿਲਕੁਲ ਕੋਈ ਮਹੱਤਵ ਨਹੀਂ ਰਹਿ ਜਾਂਦਾ। ਕੁਝ ਸ਼ੱਕ ਹੋਣ ਤੋਂ ਪਹਿਲਾਂ ਹੀ ਇਹ ਦੁਖਦਾਈ ਹਾਲਤ ਲਗਭਗ ਸਾਰੇ ਸ਼ਰਾਬੀਆਂ ਵਿੱਚ ਆ ਚੁੱਕੀ ਹੁੰਦੀ ਹੈ। ਅਸਲੀਅਤ ਇਹ ਹੈ ਕਿ ਅਜੇ ਤੱਕ ਅਗਿਆਤ ਕਾਰਨਾਂ ਕਰਕੇ ਬਹੁਤੇ ਸ਼ਰਾਬੀ ਮਰਜ਼ੀ ਨਾਲ ਸ਼ਰਾਬ ਪੀਣ ਦੀ ਸ਼ਕਤੀ ਗਵਾ ਚੁੱਕੇ ਹਨ। ਸਾਡੇ ਕਹੀ ਜਾਣ ਵਾਲੀ ਇੱਛਾ ਸ਼ਕਤੀ ਅਮਲੀ ਤੌਰ 'ਤੇ ਖਤਮ ਹੋ ਚੁੱਕੀ ਹੁੰਦੀ ਹੈ। ਆਮ ਤੌਰ 'ਤੇ ਅਸੀਂ ਚੰਗੀ ਤਰ੍ਹਾਂ ਆਪਣੇ ਸੁਚੇਤ ਮਨ ਵਿੱਚ ਇਹ ਗੱਲ ਪੂਰੀ ਤਰ੍ਹਾਂ ਯਾਦ ਰੱਖਣੀ ਭੁੱਲ ਜਾਂਦੇ ਹਾਂ ਕਿ ਅਸੀਂ ਕੁਝ ਹਫ਼ਤੇ ਜਾਂ 1 ਮਹੀਨੇ ਪਹਿਲਾਂ ਕਸ਼ਟ ਅਤੇ ਨਮੋਸ਼ੀ ਝੱਲੀ ਸੀ। ਸਾਡੇ ਕੋਲ ਪਹਿਲੇ ਪੈਗ ਵਿਰੁੱਧ ਕੋਈ ਬਚਾਓ ਨਹੀਂ। ਬੀਅਰ ਦੇ ਇੱਕ ਗਲਾਸ ਪੀਣ ਨਾਲ ਵੀ ਹੋਣ ਵਾਲੇ ਲਗਭਗ ਨਿਸ਼ਚਿਤ ਨਤੀਜੇ ਸਾਨੂੰ ਯਾਦ ਨਹੀਂ ਰਹਿੰਦੇ ਜੋ ਸਾਨੂੰ ਪੀਣ ਤੋਂ ਰੋਕ ਸਕਣ। ਜੇ ਅਜਿਹੇ ਵਿਚਾਰ ਆਉਣ ਵੀ ਤਾਂ ਉਹ ਬਹੁਤ ਧੁੰਦਲੇ ਹੁੰਦੇ ਹਨ ਅਤੇ ਜਲਦੀ ਹੀ ਪੁਰਾਣੇ ਅਤੇ ਘਸੇ ਪਿਟੇ ਵਿਚਾਰਾਂ ਨੂੰ ਥਾਂ ਦੇ ਦਿੰਦੇ ਹਨ ਕਿ ਅਸੀਂ ਇਸ ਵਾਰ ਆਪਣੇ ਆਪ ਦੂਜਿਆਂ ਲੋਕਾਂ ਵਾਂਗ ਸੰਭਲ ਕੇ ਪੀ ਸਕਾਂਗੇ। ਸਾਡੀ ਬਚਾਓ ਸ਼ਕਤੀ ਕੰਮ ਕਰਨਾ ਛੱਡ ਦਿੰਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕੋਈ ਵਿਅਕਤੀ ਆਪਣਾ ਹੱਥ ਤੱਤੇ ਤਵੇ 'ਤੇ ਰੱਖਣੋਂ ਨਾ ਰੋਕ ਸਕੇ। ਹੋ ਸਕਦਾ ਹੈ ਸ਼ਰਾਬੀ ਆਪਣੇ ਆਪ ਵਿੱਚ ਬੜੇ ਸਰਸਰੀ ਤਰੀਕੇ ਨਾਲ ਸੋਚੇ ਕਿ ਇਸ ਵਾਰ ਇਹ ਮੈਨੂੰ ਨਹੀਂ ਸਾੜੇਗਾ, ਐ ਲਓ ਮੈਂ ਕਰਕੇ ਵਿਖਾਉਂਦਾ ਹਾਂ। ਜਾਂ ਹੋ ਸਕਦਾ ਹੈ ਉਹ ਇਸ ਗੱਲ ਬਾਰੇ ਸੋਚੇ ਹੀ ਨਾ। ਕਿੰਨੀ ਵਾਰੀ ਸਾਡੇ ਵਿੱਚੋਂ ਕਈਆਂ ਨੇ ਇਸ ਅਸਧਾਰਨ ਤਰੀਕੇ ਨਾਲ ਪੀਣੀ ਸ਼ੁਰੂ ਕੀਤੀ ਹੋਵੇਗੀ ਅਤੇ ਤੀਜੇ ਜਾਂ ਚੌਥੇ ਪੈਗ ਤੋਂ ਬਾਅਦ ਥਪਥਪਾਉਂਦਿਆਂ ਆਪਣੇ ਆਪ ਨੂੰ ਕੋਸਿਆ ਹੋਵੇਗਾ, ਉਹ ਰੱਬਾ ਮੈਂ ਇਹ ਫਿਰ ਕਿਵੇਂ ਸ਼ੁਰੂ ਕਰ ਬੈਠਾ। ਫਿਰ ਇਹ ਸੋਚ ਇਸ ਵਿਚਾਰ ਨੂੰ ਜਗਾ ਦਿੰਦੀ ਹੈ ਕਿ ਮੈਂ ਹੁਣ 6ਵੇਂ ਤੋਂ ਬਾਅਦ ਨਹੀਂ ਪੀਵਾਂਗਾ ਜਾਂ ਹੁਣ ਕੀ ਫਾਇਦਾ। ਜਦੋਂ ਇਸ ਕਿਸਮ ਦੀ ਸੋਚ ਇੱਕ ਸ਼ਰਾਬੀ ਰੁਝਾਨ ਵਾਲੇ ਵਿਅਕਤੀ ਵਿੱਚ ਜੜ੍ਹਾਂ ਪਕੜ ਲੈਂਦੀ ਹੈ ਤਾਂ ਉਹ ਸ਼ਾਇਦ ਮਨੁੱਖੀ ਮਦਦ ਨਾਲ ਠੀਕ ਹੋਣ ਵਾਲੇ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ ਅਤੇ ਜੇ ਉਸ ਨੂੰ ਤਾਲੇ ਵਿੱਚ ਬੰਦ ਨਾ ਕੀਤਾ ਜਾਵੇ ਤਾਂ ਹੋ ਸਕਦਾ ਹੈ ਉਹ ਮਰ ਜਾਵੇ ਜਾਂ ਹਮੇਸ਼ਾ ਲਈ ਪਾਗਲ ਹੋ ਜਾਵੇ। ਇਹਨਾਂ ਕਠੋਰ ਅਤੇ ਭੈੜੇ ਤੱਥਾਂ ਦੀ ਇਤਿਹਾਸ ਵਿੱਚ ਬਹੁਤੇ ਸ਼ਰਾਬੀਆਂ ਨੇ ਪੁਸ਼ਟੀ ਕੀਤੀ ਹੈ। ਜੇ ਰੱਬ ਦੀ ਮਿਹਰ ਨਾ ਹੁੰਦੀ ਤਾਂ ਹਜ਼ਾਰਾਂ ਹੀ ਅਜਿਹੇ ਹੋਰ ਠੋਸ ਪ੍ਰਮਾਣ ਯਕੀਨਨ ਮਿਲਨੇ ਸਨ। ਕਈ ਛੱਡਣਾ ਚਾਹੁੰਦੇ ਹਨ ਪਰ ਛੱਡ ਨਹੀਂ ਸਕਦੇ। ਇਸ ਦਾ ਹੱਲ ਹੈ ਸਾਡੇ ਵਿੱਚੋਂ ਲਗਭਗ ਕਿਸੇ ਨੇ ਵੀ ਆਪਣੇ ਆਪ ਨੂੰ ਖੋਜਣਾ, ਆਪਣੇ ਘਮੰਡ ਨੂੰ ਨੀਵਾਂ ਕਰਨਾ ਅਤੇ ਆਪਣੀਆਂ ਖਾਮੀਆਂ ਨੂੰ ਮੰਨਣਾ ਪਸੰਦ ਨਹੀਂ ਕੀਤਾ, ਜੋ ਕਿ ਇਸ ਸਮੱਸਿਆ ਦੇ ਪੂਰਨ ਅਤੇ ਸਫਲ ਹੱਲ ਲਈ ਜ਼ਰੂਰੀ ਹੈ। ਪਰ ਅਸੀਂ ਵੇਖਿਆ ਹੈ ਕਿ ਇੰਜ ਕਰਨ ਨਾਲ ਵਾਕਿਆ ਹੀ ਦੂਜਿਆਂ 'ਤੇ ਅਸਰ ਪਿਆ ਅਤੇ ਸਾਨੂੰ ਆਪਣੀ ਜ਼ਿੰਦਗੀ ਦੀ ਬੇਆਸਗੀ ਅਤੇ ਬੇਅਰਥਤਾ ਨੂੰ ਮੰਨਣਾ ਪਿਆ। ਇਸ ਲਈ ਜਦੋਂ ਸਾਨੂੰ ਉਹਨਾਂ ਲੋਕਾਂ ਨੇ ਸੰਪਰਕ ਕੀਤਾ ਜਿਨ੍ਹਾਂ ਦੀ ਮੁਸ਼ਕਿਲ ਹੱਲ ਹੋ ਚੁੱਕੀ ਸੀ ਤਾਂ ਸਾਡੇ ਕੋਲ ਸਿਵਾਏ ਉਹਨਾਂ ਦੇ ਦੱਸੇ ਸਧਾਰਨ ਅਧਿਆਤਮਕ ਅਸੂਲਾਂ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਸਾਨੂੰ ਅਸਲ ਸਵਰਗ ਲੱਭ ਪਿਆ ਹੈ। ਅਸੀਂ ਆਪਣੀ ਹੋਂਦ ਦੀਆਂ ਨਵੀਆਂ ਛੋਹਾਂ ਵੱਲ ਪਹੁੰਚ ਚੁੱਕੇ ਹਾਂ ਜਿਸ ਦਾ ਅਸੀਂ ਕਦੇ ਸੁਪਨਾ ਵੀ ਨਹੀਂ ਲਿਆ ਸੀ। ਅਸਲ ਗੱਲ ਤਾਂ ਇਹ ਹੈ ਅਤੇ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਿ ਸਾਨੂੰ ਬੜੇ ਗਹਿਰੇ ਅਤੇ ਪ੍ਰਭਾਵਸ਼ਾਲੀ ਅਧਿਆਤਮਕ ਤਜਰਬੇ ਹੋਏ ਜਿਨ੍ਹਾਂ ਨੇ ਜ਼ਿੰਦਗੀ ਪ੍ਰਤੀ, ਆਪਣੇ ਸਾਥੀਆਂ ਪ੍ਰਤੀ ਸਾਡਾ ਸਾਰਾ ਨਜ਼ਰੀਆ ਇੱਕਦਮ ਹੀ ਬਦਲ ਦਿੱਤਾ। ਸਾਡੀ ਜ਼ਿੰਦਗੀ ਦੀ ਮੂਲ ਸੱਚਾਈ ਇਹ ਹੈ ਕਿ ਅੱਜ ਸਾਨੂੰ ਦ੍ਰਿੜ ਨਿਸ਼ਚਾ ਹੈ ਕਿ ਰੱਬ ਸਾਡੇ ਮਨਾਂ ਵਿੱਚ ਇਸ ਤਰ੍ਹਾਂ ਵਸ ਗਿਆ ਹੈ ਜੋ ਵਾਕਈ ਹੀ ਇੱਕ ਅਚੰਭਾ ਹੈ। ਉਹ ਸਾਡੇ ਲਈ ਉਹ ਕੁਝ ਕਰਨ ਲੱਗ ਪਿਆ ਹੈ ਜੋ ਅਸੀਂ ਆਪ ਕਦੇ ਵੀ ਨਹੀਂ ਕਰ ਸਕਦੇ ਸੀ। ਜੇਕਰ ਤੁਸੀਂ ਵਾਕਈ ਓਨੇ ਸ਼ਰਾਬੀ ਹੋ ਜਿੰਨੇ ਕਿ ਅਸੀਂ ਸੀ ਤਾਂ ਸਾਨੂੰ ਯਕੀਨ ਹੈ ਕਿ ਇਸ ਦਾ ਕੋਈ ਹੋਰ ਵਿੱਚ ਵਿਚਾਲਾ ਅਤੇ ਸੌਖਾ ਹੱਲ ਨਹੀਂ ਹੈ। ਅਸੀਂ ਉਸ ਮਕਾਮ 'ਤੇ ਪਹੁੰਚ ਚੁੱਕੇ ਸੀ
ਜਿੱਥੇ ਜੀਣਾ ਅਸੰਭਵ ਹੋ ਰਿਹਾ ਸੀ, ਅਤੇ ਅਸੀਂ ਬਿਮਾਰੀ ਦੀ ਉਸ ਹੱਦ ਤੱਕ ਪਹੁੰਚ ਚੁੱਕੇ ਸੀ ਜਿੱਥੋਂ ਇਨਸਾਨੀ ਮਦਦ ਨਾਲ ਵਾਪਸ ਮੁੜ ਸਕਣ ਦਾ ਕੋਈ ਰਸਤਾ ਨਹੀਂ ਸੀ। ਅਤੇ ਸਾਡੇ ਕੋਲ ਸਿਰਫ ਦੋ ਹੀ ਹੱਲ ਰਹਿ ਗਏ ਸਨ। ਇੱਕ ਇਹ ਸੀ ਕਿ ਆਪਣੀ ਬਰਦਾਸ਼ਤ ਤੋਂ ਬਾਹਰ ਹੋਈ ਹਾਲਤ ਨੂੰ ਭੁਲਾਉਣ ਲਈ ਭੈੜੇ ਅੰਤ ਵੱਲ ਚੱਲਦੇ ਰਹਿੰਦੇ, ਅਤੇ ਦੂਜਾ ਹੱਲ ਅਧਿਆਤਮਕ ਸਹਾਇਤਾ ਨੂੰ ਸਵੀਕਾਰ ਕਰਨਾ ਸੀ। ਅਸੀਂ ਇਹੋ ਹੀ ਕੀਤਾ ਕਿਉਂਕਿ ਅਸੀਂ ਸੱਚੇ ਦਿਲੋਂ ਇਹੋ ਹੀ ਚਾਹੁੰਦੇ ਸੀ ਅਤੇ ਇਸ ਵੱਲ ਯਤਨ ਕਰਨ ਦੇ ਇੱਛੁਕ ਸੀ। ਅਮਰੀਕਾ ਦਾ ਇੱਕ ਵਪਾਰੀ ਜੋ ਯੋਗ, ਅਕਲਮੰਦ ਅਤੇ ਉੱਚੇ ਆਚਰਣ ਵਾਲਾ ਸੀ, ਕਈ ਸਾਲ ਹਸਪਤਾਲਾਂ ਵਿੱਚ ਭਟਕਦਾ ਰਿਹਾ। ਉਸਨੇ ਅਮਰੀਕਾ ਦੇ ਕਈ ਮੰਨੇ ਪ੍ਰਮੰਨੇ ਮਨੋਵਿਗਿਆਨੀਆਂ ਦੀ ਸਲਾਹ ਲਈ। ਅਖੀਰ ਉਹ ਯੂਰਪ ਗਿਆ ਅਤੇ ਉਸਨੇ ਮਸ਼ਹੂਰ ਡਾਕਟਰ ਦੀ ਹਿਫਾਜ਼ਤ ਵਿੱਚ ਇਲਾਜ ਸ਼ੁਰੂ ਕੀਤਾ। ਭਾਵੇਂ ਉਹ ਪਹਿਲੇ ਤਜਰਬਿਆਂ ਤੋਂ ਬੇਆਸ ਹੋ ਚੁੱਕਾ ਸੀ, ਪਰ ਉਸਨੇ ਇਸ ਵਾਰ ਆਪਣਾ ਇਲਾਜ ਇੱਕ ਖਾਸ ਵਿਸ਼ਵਾਸ ਨਾਲ ਪੂਰਾ ਕਰਵਾਇਆ। ਉਸ ਦੀ ਸਰੀਰਕ ਅਤੇ ਮਾਨਸਿਕ ਹਾਲਤ ਆਮ ਨਾਲੋਂ ਚੰਗੀ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਸ ਨੂੰ ਪੂਰਾ ਯਕੀਨ ਹੋ ਚੁੱਕਾ ਸੀ ਕਿ ਮਨ ਵਿੱਚ ਹੋਣ ਵਾਲੀਆਂ ਕਿਰਿਆਵਾਂ ਦਾ ਅਤੇ ਇਹਨਾਂ ਦੇ ਛੁਪੇ ਕਾਰਨਾਂ ਦਾ ਉਸ ਨੂੰ ਇੰਨਾ ਗਹਿਰਾ ਗਿਆਨ ਪ੍ਰਾਪਤ ਹੋ ਗਿਆ ਸੀ ਕਿ ਉਸ ਦਾ ਮੁੜ ਪੀਣਾ ਸੋਚ ਤੋਂ ਪਰੇ ਸੀ। ਇਸ ਦੇ ਬਾਵਜੂਦ ਥੋੜ੍ਹੀ ਹੀ ਦੇਰ ਬਾਅਦ ਉਹ ਨਸ਼ੇ ਵਿੱਚ ਸੀ। ਇਸ ਤੋਂ ਵੀ ਵੱਡੀ ਬਦਲਾਉਣ ਵਾਲੀ ਗੱਲ ਤਾਂ ਇਹ ਸੀ ਕਿ ਉਹ ਆਪਣੇ ਆਪ ਨੂੰ ਇਸ ਤੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਕਿ ਉਸਨੇ ਮੁੜ ਕਿਉਂ ਪੀਤੀ। ਉਹ ਫਿਰ ਉਸ ਡਾਕਟਰ ਪਾਸ ਪਹੁੰਚਿਆ ਜਿਸ ਦੀ ਉਹ ਬਹੁਤ ਸ਼ਲਾਘਾ ਕਰਦਾ ਸੀ, ਅਤੇ ਉਸ ਨੂੰ ਸਾਫ਼-ਸਾਫ਼ ਪੁੱਛਿਆ ਕਿ ਉਹ ਠੀਕ ਕਿਉਂ ਨਹੀਂ ਹੋ ਸਕਿਆ। ਉਸ ਦੀ ਸਭ ਤੋਂ ਵੱਡੀ ਇੱਛਾ ਸ਼ਰਾਬ 'ਤੇ ਕਾਬੂ ਪਾਉਣ ਦੀ ਸੀ। ਉਹ ਹੋਰ ਸਮੱਸਿਆਵਾਂ ਪ੍ਰਤੀ ਤਾਂ ਕਾਫੀ ਸਮਝਦਾਰ ਅਤੇ ਸੰਤੁਲਿਤ ਜਾਪਦਾ ਸੀ। ਇਸ ਦੇ ਬਾਵਜੂਦ ਉਸ ਦਾ ਸ਼ਰਾਬ 'ਤੇ ਕਿਸੇ ਕਿਸਮ ਦਾ ਕੋਈ ਕੰਟਰੋਲ ਨਹੀਂ ਸੀ। ਅਜਿਹਾ ਕਿਉਂ? ਉਸਨੇ ਡਾਕਟਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਇਸ ਬਾਰੇ ਸਾਰੀ ਸੱਚਾਈ ਦੱਸੇ, ਅਤੇ ਉਸ ਨੂੰ ਇਸ ਦਾ ਜਵਾਬ ਮਿਲਿਆ। ਡਾਕਟਰ ਦੀ ਰਾਏ ਅਨੁਸਾਰ ਉਸ ਦਾ ਕੇਸ ਕਾਫੀ ਬੇਆਸ ਸੀ। ਉਹ ਕਦੇ ਵੀ ਸਮਾਜ ਵਿੱਚ ਆਪਣਾ ਦਰਜਾ ਮੁੜ ਹਾਸਲ ਨਹੀਂ ਕਰ ਸਕਦਾ ਸੀ, ਅਤੇ ਜੇਕਰ ਉਹ ਜ਼ਿਆਦਾ ਚਿਰ ਜਿਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਤਾਲੇ ਅੰਦਰ ਬੰਦ ਕਰਕੇ ਰੱਖਣਾ ਪਵੇਗਾ, ਜਾਂ ਆਪਣੇ ਆਪ ਲਈ ਇੱਕ ਅੰਗ ਰੱਖਿਅਕ ਤਾਇਨਾਤ ਕਰਨਾ ਪਵੇਗਾ। ਇਹ ਇੱਕ ਮਹਾਨ ਡਾਕਟਰ ਦੀ ਰਾਏ ਸੀ। ਪਰ ਇਹ ਵਿਅਕਤੀ ਅਜੇ ਵੀ ਜਿਉਂਦਾ ਅਤੇ ਆਜ਼ਾਦ ਹੈ। ਨਾ ਹੀ ਉਸ ਨੂੰ ਅੰਗ ਰੱਖਿਅਕ ਦੀ ਲੋੜ ਹੈ ਅਤੇ ਨਾ ਹੀ ਉਹ ਕਿਤੇ ਡੱਕਿਆ ਹੈ। ਉਹ ਹੋਰ ਆਮ ਲੋਕਾਂ ਵਾਂਗ ਬਿਨਾਂ ਕਿਸੇ ਸੰਕਟ ਤੋਂ ਦੁਨੀਆ ਦੇ ਹਰ ਕੋਨੇ ਵਿੱਚ ਜਾ ਸਕਦਾ ਹੈ, ਬੇਸ਼ਰਤੇ ਉਹ ਇੱਕ ਖਾਸ ਨਿਸ਼ਚਿਤ ਅਤੇ ਸਧਾਰਨ ਮਨੋਵਿਰਤੀ ਬਰਕਰਾਰ ਰੱਖਣ ਦਾ ਇੱਛੁਕ ਬਣਿਆ ਰਹੇ। ਸਾਡੇ ਕੁਝ ਸ਼ਰਾਬੀ ਪਾਠਕ ਸ਼ਾਇਦ ਇਹ ਸੋਚਣ ਕਿ ਉਹ ਅਧਿਆਤਮਕ ਸਹਾਇਤਾ ਬਿਨਾਂ ਵੀ ਕੰਮ ਚਲਾ ਸਕਦੇ ਹਨ। ਆਓ ਤੁਹਾਨੂੰ ਆਪਣੇ ਇਸ ਦੋਸਤ ਦੀ ਡਾਕਟਰ ਨਾਲ ਹੋਈ ਬਾਕੀ ਗੱਲਬਾਤ ਵੀ ਦੱਸੀਏ। ਡਾਕਟਰ ਨੇ ਕਿਹਾ, ਤੇਰੇ ਮਨ ਦੀ ਅਵਸਥਾ ਇੱਕ ਪੱਕੇ ਸ਼ਰਾਬੀ ਦੀ ਹੈ। ਮੈਂ ਇੱਕ ਵੀ ਮਰੀਜ਼ ਠੀਕ ਹੁੰਦਾ ਨਹੀਂ ਵੇਖਿਆ ਜਿਸ ਦੇ ਮਨ ਦੀ ਸਥਿਤੀ ਇੰਨੀ ਵਿਗੜੀ ਹੋਵੇ ਜਿੰਨੀ ਕਿ ਤੇਰੀ। ਸਾਡੇ ਦੋਸਤ ਨੇ ਇੰਜ ਮਹਿਸੂਸ ਕੀਤਾ ਜਿਵੇਂ ਕਿ ਨਰਕ ਦੇ ਦਰਵਾਜ਼ੇ ਉਸ ਦੇ ਪਿੱਛੇ ਠਾਹ ਕਰਕੇ ਬੰਦ ਹੋ ਗਏ ਹੋਣ। ਉਸਨੇ ਡਾਕਟਰ ਨੂੰ ਪੁੱਛਿਆ, ਕੀ ਇਸ ਦਾ ਕੋਈ ਚਾਰਾ ਨਹੀਂ? ਡਾਕਟਰ ਨੇ ਕਿਹਾ, ਹਾਂ ਹੈ। ਬਹੁਤ ਪੁਰਾਣੇ ਸਮੇਂ ਤੋਂ ਤੇਰੇ ਵਰਗੇ ਕੇਸ ਕਦੇ-ਕਦਾਈ ਠੀਕ ਵੀ ਹੋਏ ਹਨ। ਕਿਤੇ-ਕਿਤੇ, ਕਦੇ-ਕਦੇ ਸ਼ਰਾਬੀਆਂ ਨੂੰ ਕੁਝ ਅਜਿਹਾ ਵਾਪਰਦਾ ਹੈ ਜਿਸ ਨੂੰ ਬਹੁਤ ਮਹੱਤਵਪੂਰਨ ਅਧਿਆਤਮਕ ਤਜਰਬਾ ਕਿਹਾ ਜਾਂਦਾ ਹੈ। ਮੇਰੀ ਸਮਝ ਅਨੁਸਾਰ ਤਾਂ ਅਜਿਹਾ ਹੋਣਾ ਚਮਤਕਾਰ ਹੀ ਹੈ। ਇਸ ਵਿੱਚ ਭਾਵਨਾ ਦਾ ਰੱਦੋ-ਬਦਲ ਅਤੇ ਉਹਨਾਂ ਦਾ ਮੁੜ ਸਥਿਰ ਹੋਣਾ ਜਾਪਦਾ ਹੈ। ਉਹ ਵਿਚਾਰ, ਭਾਵਨਾਵਾਂ ਅਤੇ ਵਤੀਰੇ ਜਿਹੜੇ ਕਦੇ ਇਹਨਾਂ ਵਿਅਕਤੀਆਂ ਦੀਆਂ ਜ਼ਿੰਦਗੀਆਂ ਦੇ ਮਾਰਗਦਰਸ਼ਨ ਸਨ, ਅਚਾਨਕ ਹੀ ਇੱਕ ਪਾਸੇ ਹੋ ਜਾਂਦੇ ਹਨ ਅਤੇ ਬਿਲਕੁਲ ਨਵੀਆਂ ਧਾਰਨਾਵਾਂ ਅਤੇ ਉਦੇਸ਼ ਉਹਨਾਂ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਂਦੇ ਹਨ। ਅਸਲ ਵਿੱਚ ਮੈਂ ਤੇਰੇ ਵਿੱਚ ਵੀ ਕੁਝ ਅਜਿਹਾ ਭਾਵਨਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਬਹੁਤ ਸਾਰੇ ਵਿਅਕਤੀਆਂ ਵਿੱਚ ਉਹ ਤਰੀਕੇ ਸਫਲ ਹੁੰਦੇ ਹਨ
ਜਿਹੜੇ ਮੈਂ ਇਸਤੇਮਾਲ ਕੀਤੇ, ਪਰ ਮੈਂ ਕਦੇ ਵੀ ਤੇਰੇ ਵਰਗੇ ਸ਼ਰਾਬੀ ਨੂੰ ਠੀਕ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ। ਇਹ ਸੁਣ ਤੇ ਸਾਡੇ ਦੋਸਤ ਨੂੰ ਕੁਝ ਰਾਹਤ ਮਿਲੀ ਕਿ ਉਹ ਵੀ ਤਾਂ ਗਿਰਜਾ ਘਰ ਜਾਣ ਵਾਲਾ ਇੱਕ ਚੰਗਾ ਵਿਅਕਤੀ ਸੀ, ਪਰ ਇਹ ਦੱਸਣ ਤੇ ਉਸ ਦੀ ਆਸ ਤਹਿਸ ਨਹਿਸ ਹੋ ਗਈ ਕਿ ਭਾਵੇਂ ਉਸ ਦੀਆਂ ਧਾਰਮਿਕ ਧਾਰਨਾਵਾਂ ਬਹੁਤ ਚੰਗੀਆਂ ਸਨ, ਪਰ ਇਸ ਨਾਲ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਲੋੜੀ ਦੇ ਅਧਿਆਤਮਿਕ ਤਜਰਬੇ ਹੋਏ ਹੋਣ। ਸਾਡੇ ਦੋਸਤ ਨੇ ਉਦੋਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਸੋਪੰਸ ਦੀ ਹਾਲਤ ਵਿੱਚ ਪਾਇਆ ਜਦੋਂ ਫਿਰ ਉਸ ਨੂੰ ਇੱਕ ਅਜਿਹਾ ਅਜੀਬੋ-ਗਰੀਬ ਤਜਰਬਾ ਹੋਇਆ ਜਿਸ ਬਾਰੇ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਅਤੇ ਜਿਸ ਨੇ ਉਸ ਨੂੰ ਇੱਕ ਆਜ਼ਾਦ ਵਿਅਕਤੀ ਬਣਾ ਦਿੱਤਾ। ਅਸੀਂ ਵੀ ਆਪਣੇ ਬਚਾਓ ਲਈ ਡੁੱਬਦੇ ਹੋਏ ਵਿਅਕਤੀ ਵਾਂਗ ਓਨੇ ਹੀ ਹੱਥ ਪੈਰ ਮਾਰੇ ਜਿਨ੍ਹਾਂ ਨੂੰ ਅਸੀਂ ਸ਼ੁਰੂ ਵਿੱਚ ਇੱਕ ਖਿਆਲੀ ਸਹਾਰਾ ਸਮਝਦੇ ਸੀ। ਬਾਅਦ ਵਿੱਚ ਉਹ ਰੱਬ ਦੀ ਇੱਕ ਪਿਆਰੀ ਅਤੇ ਸ਼ਕਤੀਸ਼ਾਲੀ ਓਟ ਸਾਬਤ ਹੋਈ। ਸਾਨੂੰ ਇੱਕ ਨਵੀਂ ਜ਼ਿੰਦਗੀ ਜਾਂ ਇੰਜ ਕਹੋ ਕਿ ਜਿਉਣ ਦਾ ਇੱਕ ਨਵਾਂ ਢੰਗ ਮਿਲਿਆ ਜੋ ਵਾਕਈ ਕੰਮ ਕਰਦਾ ਹੈ। ਅਮਰੀਕਾ ਦੇ ਇੱਕ ਮਸ਼ਹੂਰ ਮਨੋਵਿਗਿਆਨੀ ਵਿਲੀਅਮ ਜੇਮਸ ਆਪਣੀ ਕਿਤਾਬ ਵੈਰਾਈਟੀਜ਼ ਆਫ ਰਿਲੀਜੀਅਸ ਐਕਸਪੀਰੀਅੰਸ ਵਿੱਚ ਧਾਰਮਿਕ ਤਜਰਬਿਆਂ ਨੂੰ ਦਰਸਾਉਂਦੇ ਲਿਖਦੇ ਹਨ ਕਿ ਰੱਬ ਤੱਕ ਪਹੁੰਚਣ ਲਈ ਅਨੇਕਾਂ ਹੀ ਰਾਹ ਹਨ। ਸਾਡੀ ਕਿਸੇ ਨੂੰ ਇਹ ਮਨਾਉਣ ਦੀ ਇੱਛਾ ਨਹੀਂ ਕਿ ਵਿਸ਼ਵਾਸ ਹਾਸਲ ਕਰਨ ਲਈ ਕੇਵਲ ਇੱਕ ਹੀ ਰਸਤਾ ਹੈ ਜੋ ਅਸੀਂ ਸਿੱਖਿਆ ਹੈ, ਮਹਿਸੂਸ ਕੀਤਾ ਹੈ ਅਤੇ ਵੇਖਿਆ ਹੈ। ਉਸ ਦਾ ਭਾਵ ਇੱਕੋ ਹੀ ਹੈ ਕਿ ਅਸੀਂ ਸਾਰੇ ਭਾਵੇਂ ਕਿਸੇ ਵੀ ਰੰਗ ਭੇਦ ਜਾਂ ਜਾਤੀ ਦੇ ਹੋਈਏ ਉਸ ਸਿਰਜਣਹਾਰ ਦੇ ਬੱਚੇ ਹਾਂ ਜਿਸ ਨਾਲ ਅਸੀਂ ਬੜੇ ਸਾਦਾ ਅਤੇ ਸਮਝਣਯੋਗ ਸੰਬੰਧ ਕਾਇਮ ਕਰ ਸਕਦੇ ਹਾਂ। ਜਿਉਂ ਹੀ ਅਸੀਂ ਇਮਾਨਦਾਰੀ ਨਾਲ ਕੋਸ਼ਿਸ਼ ਕਰਦੇ ਹਾਂ, ਵੱਖਰੇ ਵੱਖਰੇ ਧਰਮਾਂ ਨਾਲ ਜੁੜੇ ਹੋਏ ਲੋਕ ਇੱਥੇ ਮਹਿਸੂਸ ਕਰਨਗੇ ਕਿ ਉਹਨਾਂ ਦੇ ਵਿਸ਼ਵਾਸ ਜਾਂ ਧਾਰਨਾਵਾਂ ਨੂੰ ਕੋਈ ਠੇਸ ਨਹੀਂ ਪਹੁੰਚਦੀ। ਅਜਿਹੀਆਂ ਗੱਲਾਂ ਤੇ ਸਾਡੇ ਵਿੱਚ ਕੋਈ ਵੀ ਮਤਭੇਦ ਨਹੀਂ ਹਨ। ਸਾਡਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਕਿ ਸਾਡੇ ਮੈਂਬਰ ਕਿਸ ਖਾਸ ਧਾਰਮਿਕ ਸੰਸਥਾ ਨਾਲ ਜੁੜੇ ਹੋਏ ਹਨ। ਇਹ ਸਮੁੱਚੇ ਤੌਰ ਤੇ ਹਰ ਇੱਕ ਜਾਤੀ ਮਾਮਲਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਪਿਛਲੇ ਸੰਬੰਧ ਜਾਂ ਆਪਣੀ ਹੁਣ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚਾਹੇ ਜਿਹੜੇ ਮਰਜ਼ੀ ਧਰਮ ਨੂੰ ਮੰਨੇ। ਸਾਡੇ ਵਿੱਚੋਂ ਸਾਰੇ ਹੀ ਧਾਰਮਿਕ ਸੰਸਥਾਵਾਂ ਨਾਲ ਜੁੜੇ ਨਹੀਂ ਹੁੰਦੇ, ਪਰ ਬਹੁਤ ਸਾਰੇ ਇਸ ਦੇ ਹੱਕ ਵਿੱਚ ਹੁੰਦੇ ਹਨ। ਅਗਲੇ ਚੈਪਟਰ ਵਿੱਚ ਸ਼ਰਾਬੀਪਣ ਬਾਰੇ ਜਿਵੇਂ ਅਸੀਂ ਸਮਝਦੇ ਹਾਂ ਵਿਆਖਿਆ ਕੀਤੀ ਗਈ ਹੈ ਅਤੇ ਉਸ ਤੋਂ ਅਗਲੇ ਚੈਪਟਰ ਵਿੱਚ ਨਾਸਤਿਕਾਂ ਬਾਰੇ ਦੱਸਿਆ ਗਿਆ ਹੈ। ਇਸ ਸ਼੍ਰੇਣੀ ਦੇ ਬਹੁਤ ਸਾਰੇ ਵਿਅਕਤੀ ਸਾਡੇ ਵਿੱਚ ਸ਼ਾਮਲ ਹੋ ਚੁੱਕੇ ਹਨ। ਬਹੁਤ ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਧਾਰਨਾਵਾਂ ਅਧਿਆਤਮਿਕ ਉਸਾਰੀ ਵਿੱਚ ਵੱਡੀ ਰੁਕਾਵਟ ਨਹੀਂ ਬਣਦੀਆਂ। ਇਸ ਤੋਂ ਅੱਗੇ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਅਸੀਂ ਕਿਵੇਂ ਠੀਕ ਹੋਏ। ਉਸ ਤੋਂ ਬਾਅਦ 43 ਜਾਤੀ ਤਜਰਬੇ ਕਹਾਣੀਆਂ ਦੇ ਰੂਪ ਵਿੱਚ ਦਿੱਤੇ ਗਏ ਹਨ। ਹਰ ਵਿਅਕਤੀ ਆਪਣੀ ਕਹਾਣੀ ਵਿੱਚ ਆਪਣੀ ਹੀ ਭਾਸ਼ਾ ਅਤੇ ਦ੍ਰਿਸ਼ਟੀਕੋਣ ਅਨੁਸਾਰ ਦੱਸਦਾ ਹੈ ਕਿ ਕਿਵੇਂ ਉਸਨੇ ਰੱਬ ਨਾਲ ਸੰਬੰਧ ਕਾਇਮ ਕੀਤਾ। ਇਹ ਸਾਡੀ ਸੰਸਥਾ ਦੀ ਸੰਪੂਰਨ ਅਤੇ ਸਪਸ਼ਟ ਤਸਵੀਰ ਵਿਖਾਉਂਦੀਆਂ ਹਨ ਅਤੇ ਇਹ ਦੱਸਦੀਆਂ ਹਨ ਕਿ ਉਹਨਾਂ ਦੀਆਂ ਜ਼ਿੰਦਗੀਆਂ 'ਚ ਅਸਲ ਵਿੱਚ ਕੀ ਵਾਪਰਿਆ। ਸਾਨੂੰ ਆਸ ਹੈ ਕਿਸੇ ਨੂੰ ਵੀ ਹੋਰਨਾਂ ਦੀਆਂ ਆਪਣੇ ਬਾਰੇ ਦੱਸੀਆਂ ਗੱਲਾਂ ਭੈੜੀਆਂ ਨਹੀਂ ਲੱਗਣਗੀਆਂ। ਸਾਨੂੰ ਆਸ ਹੈ ਕਿ ਕਈ ਸ਼ਰਾਬੀ ਆਦਮੀ ਅਤੇ ਔਰਤਾਂ ਜੋ ਬਹੁਤ ਸਖਤ ਲੋੜ ਵਿੱਚ ਹਨ ਇਸ ਕਿਤਾਬ ਨੂੰ ਪੜ੍ਹਨਗੇ ਅਤੇ ਸਾਨੂੰ ਯਕੀਨ ਹੈ ਕਿ ਕੇਵਲ ਸਾਡੇ ਆਪਣੇ ਆਪ ਨੂੰ ਅਤੇ ਆਪਣੀਆਂ ਸਮੱਸਿਆਵਾਂ ਨੂੰ ਪੂਰਨ ਦਰਸਾਏ ਜਾਣ ਮਗਰੋਂ ਉਹਨਾਂ ਦਾ ਇਹ ਕਹਿਣ ਦਾ ਫੈਸਲਾ ਹੋਵੇਗਾ ਕਿ ਹਾਂ, ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਅਤੇ ਮੈਨੂੰ ਵੀ ਇਹੋ ਕੁਝ ਕਰਨਾ ਚਾਹੀਦਾ ਹੈ।